भाई फोन पीछे रख यार। 1435 माघ सुदी 15 दुखियों के कल्याण करते गुरु बहुत जन बिछड़े थे माधो 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 बहुत जन बिछड़े थे माधो एक दिन तुम्हारे रविदास जीवो चिन्मयो दर्शन दे। गुरु प्यारी साध संगत जी, आदरणीय वंदनीय पूजनीय सत्कारयोग गुरु गरीबवाद संत कृष्णदास महाराज जी संगतां दे विच पहुंच चुके ने। तो सारी संगतां नूं बड़ी अदब सहित बेनती है कि आपको अपनी जगह पर बैठने की कृपालता करो। महाराज जी आप संगतां नूं खुले दर्शन दीदार देने वास्ते आप संगतां दे विच विराजमान हो चुके हैं जी। आओ गुरु महाराज जी की राही बाणी आनंद गुणी निधा गुरु गरीब निवास गरीब
सतगुर करे ऐसी तुझ बिन कौन करे ऐसी लीला तुझ बिन कौन करे ऐसी लीला तुझ बिन कौन करे। रामदास सुनो रे संतो हरि जियो सब सब रामदास सुनो रे संतो हरि जियो सब 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 गुसैया माथे सतगुर करे ऐसी तुझ बिन कौन करे ऐसी लीला तुझ बिन कौन करे ऐसी लीला तुझ बिन कौन करे। गुसैया माथे सतगुर करे ऐसी तुझ बिन कौन करे ऐसी लीला 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 तुझ बिन कौन श्री बलविंदर अंबेडकरी जी वो साडे विच अपने साथियों समेत विशेष तौर पर पहुंचे ने जी आया आखदे आ। सो असी सतगुरु रविदास जी दे संकल्प बेगमपुरे दी गल जो उन्होंने बाणी विच कही है उस नूं किस तरह असी राजनीतिक तौर पर लागू करके स्थापित कर सकते हैं। सतगुरां दा बेगमपुरा उहदे बारे अपने विचार साझे करनगे श्री बलविंदर अंबेडकरी जी सूबा। पवित्र मौके ते मैं सारियां संगतां नूं खास तौर ते संजय गांधी नगर सहीपुर सारियां नूं गुरु महाराज जी दे प्रकाश पुरब दी लख लख बधाई दिंदा हां। विशेष तौर ते संगतां दे विच बहुत ही सत्कारयोग संत किशन नाथ झेड़ू जी वाले मौजूद हैं। उन्होंने भी काफ़ी क्रांतिकारी विचार तुहानूं दसने हैं, पर उन्होंने तो पहला मैनू कुछ समा दिता गया आ और विशेष तौर पर प्रबंधकी कमेटी रछपाल रत्तू जी ते होर उन्हां दी सारी टीम जिन्हां वालों हर साल ये प्रोग्राम किया जाता आ और ये भी कोशिश की जाती आ भी जिहड़ा ये प्रकाश दिहाड़ा आ ये असी धार्मिक तौर पर मनाइए भी पर नाल नाल साडे समाज दे विच चेतना भी आवे। इस करके उन्होंने विशेष तौर पर संत किशन नाथ झेड़ू जी नूं सद्दिया आ भी ताकि असी सिर्फ धार्मिक दे नाल नाल जिहड़ा समाजिक
ਜਿਹੜਾ ਕ੍ਰਾਂਤੀਕਾਰੀ ਵਿਚਾਰ ਵੀ ਇਸ ਮੌਕੇ ਤੇ ਜਾਵੇ। ਤੇ ਅੱਜ ਦੇ ਮੈਂ ਇਸ ਮੌਕੇ ਤੇ ਇਹੀ ਕਹੂੰਗਾ ਵੀ ਜੇ ਵੀ ਅਸੀਂ ਚਾਹੇ ਸਮਾਜਿਕ ਕ੍ਰਾਂਤੀ ਲਿਆਉਣੀ ਆ, ਚਾਹੇ ਰਾਜਨੀਤਿਕ ਕ੍ਰਾਂਤੀ ਲਿਆਉਣੀ ਆ, ਉਹਦੇ ਲਈ ਇਹ ਜ਼ਰੂਰੀ ਆ ਵੀ ਸਾਡੀ ਜਿਹੜੀ ਭਾਈਚਾਰਕ ਸਾਂਝ ਮਜ਼ਬੂਤ ਹੋਵੇ। ਗੁਰੂ ਮਹਾਰਾਜ ਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਭਾਈਚਾਰਕ ਇਕੱਤਰਤਾ ਤੇ ਇਕੱਠ ਤੇ ਜ਼ੋਰ ਦਿੱਤਾ ਆ। ਬਾਬਾ ਸਾਹਿਬ ਨੇ ਵੀ ਭਾਈਚਾਰੇ ਨੂੰ ਮੇਨ ਆਧਾਰ ਮੰਨਿਆ ਆ। ਬਾਬਾ ਸਾਹਿਬ ਕਹਿੰਦੇ ਆ ਵੀ ਲੋਕਤੰਤਰ ਦੀ ਨੀਂਹ ਭਾਈਚਾਰਾ ਆ। ਜੇ ਸਾਡੇ ਵਿੱਚ ਭਾਈਚਾਰਾ ਨਹੀਂ ਹੋਊਗਾ ਤੇ ਅਸੀਂ ਜੇ ਮੇਰੇ ਕੋਲ ਮੰਨ ਲਓ ਪਾਵਰ ਆ ਵੀ ਜਾਵੇ ਪਰ ਮੇਰਾ ਤੁਹਾਡੇ ਆਪਣੇ ਲੋਕਾਂ ਨਾਲ ਲਗਾ ਨਹੀਂ ਹੋਊਗਾ, ਮੈਂ ਉਹਨਾਂ ਦਾ ਕੋਈ ਭਲਾ ਨਹੀਂ ਕਰੂੰਗਾ, ਉਹ ਸਾਰੀ ਪਾਵਰ ਮੈਂ ਆਪਣੇ ਲਈ ਵਰਤ ਲਵਾਂਗਾ, ਕਰਪਸ਼ਨ ਕਰੂੰਗਾ। ਪਰ ਜੇ ਮੇਰਾ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਪੂਰੀ ਇਨਸਾਨੀਅਤ ਦੇ ਨਾਲ ਮਨੁੱਖਤਾ ਨਾਲ ਪ੍ਰੇਮ ਹੋਊਗਾ ਤੇ ਜਦੋਂ ਮੇਰੇ ਕੋਲ ਪਾਵਰ ਆਊਗੀ ਤੇ ਮੈਂ ਕਿਉਂਕਿ ਮੇਰੀ ਉਹਨਾਂ ਨਾਲ ਅਟੈਚਮੈਂਟ ਹੋਣੀ ਆ, ਮੈਂ ਉਹਨਾਂ ਸਾਰਿਆਂ ਲਈ ਵਰਤੂੰਗਾ। ਤੇ ਇਸ ਕਰਕੇ ਸਾਡੇ ਵਿੱਚ ਜੇ ਅਸੀਂ ਰਾਜਨੀਤਿਕ ਅੰਦੋਲਨ ਨੂੰ ਮਜ਼ਬੂਤ ਕਰਨਾ ਆ ਤਾਂ ਉਹਦੇ ਲਈ ਜ਼ਰੂਰੀ ਹੈ ਵੀ ਪਹਿਲਾਂ ਸਮਾਜਿਕ ਅੰਦੋਲਨ ਵੱਲ ਤੁਰੀਏ। ਤਾਂ ਉਹ ਜਿਹੜਾ ਅੰਦੋਲਨ ਹੈ ਉਹਦੀ ਨੀਂਹ ਜਿਹੜੀ ਆ ਸਾਡੇ ਇਕੱਠ ਤੇ ਆ, ਆਪਸੀ ਪ੍ਰੇਮ ਤੇ ਆ, ਆਪਸੀ ਭਾਈਚਾਰੇ ਤੇ ਆ, ਇੱਕ ਦੂਜੇ ਤੇ ਲਈ ਮਰਨ ਮਿਟਣ ਤੇ ਆ। ਮੈਂ ਸ਼ੋਭਾ ਯਾਤਰਾਵਾਂ ਦੇਖਦਾ ਆ, ਲੱਖਾਂ ਦੀ ਭੀੜ, ਲੱਖਾਂ ਦੇ ਰੂਪ ਦੇ ਵਿੱਚ ਸਾਡੇ ਲੋਕ ਨਿਕਲਦੇ ਆ, ਹਰ ਸਾਲ ਨਿਕਲਦੇ ਆ, ਕਰੋੜਾਂ ਦਾ ਖਰਚ ਵੀ ਹੁੰਦਾ ਆ, ਪਰ ਆਪਸੀ ਸਾਂਝ ਨਹੀਂ ਸਾਡੀ ਬਣਦੀ। ਅਸੀਂ ਇਕੱਠੇ ਹੀ ਸ਼ੋਭਾ ਯਾਤਰਾ ਵਿੱਚ ਆਉਂਦੇ ਆ ਪਰਿਵਾਰ ਤੋਂ ਉੱਠ ਕੇ, ਔਰ ਪਰਿਵਾਰ ਦੇ ਰੂਪ ਵਿੱਚ ਹੀ ਘਰ ਚਲ ਜਾਂਦੇ ਆ, ਸਮਾਜ ਦਾ ਹਿੱਸਾ ਨਹੀਂ ਬਣਦੇ। ਅਸੀਂ ਸਮਾਜ ਨਹੀਂ ਬਣ ਰਹੇ, ਪਰਿਵਾਰ ਰਹਿੰਦੇ ਆ। 5 ਬੰਦੇ ਆ, ਉਸ ਨਹੀਂ ਪੂਰਾ ਸ਼ੋਭਾ ਯਾਤਰਾ ਘੁੰਮੀ, ਪਰ ਹੈ ਉਹ ਵੱਡੇ ਇਕੱਠ ਦੇ ਵਿੱਚ ਆ, ਪਰ ਸਮਾਜ ਦਾ ਹਿੱਸਾ ਨਹੀਂ। ਇਸੇ ਕਰਕੇ ਸਾਡੀ ਆਪਸੀ ਸਾਂਝ ਵਿਚਾਰ ਮੰਨ ਲਓ ਭਾਵਨਾਤਮਕ ਲਗਾਵ ਨਾ ਹੋਣ ਕਰਕੇ ਜਦੋਂ ਸਾਡੇ ਕਿਸੇ ਇੱਕ ਬੰਦੇ ਤੇ ਭੀੜ ਪੈਂਦੀ ਆ ਤੇ ਸਿਰਫ ਉਹੀ ਪਰਿਵਾਰ ਨਜਿੱਠਦਾ ਆ, ਕਿਉਂਕਿ ਉਹਦੀ ਇੰਨੀ ਤਾਕਤ ਨਹੀਂ ਹੁੰਦੀ। ਇਸ ਕਰਕੇ ਹੁੰਦਾ ਕੀ ਆ ਵੀ ਜਿਹੜੇ ਤਾਕਤਵਰ ਲੋਕ ਆ ਉਹਦਾ ਅਤਿਆਚਾਰ ਕਰ ਜਾਂਦੇ ਆ ਔਰ ਉਹਨੂੰ ਇਨਸਾਫ ਵੀ ਨਹੀਂ ਲੈਣ ਦਿੰਦੇ। ਜੇ ਸਾਡਾ ਆਪਸੀ ਭਾਈਚਾਰਾ ਇਦਾਂ ਹੋਵੇ ਵੀ ਜਿੱਦਾਂ ਅਸੀਂ ਇੱਕ ਪਰਿਵਾਰ ਹੀ ਆ ਤੇ ਕਿਸੇ ਦੇ ਵੀ ਜੇ ਧੱਕਾ ਹੋਊਗਾ ਤੇ ਉਹਦਾ ਜਿਹੜਾ ਵਿਰੋਧ ਆ ਉਹ ਪੂਰੇ ਸਮਾਜ ਵੱਲੋਂ ਹੋਊਗਾ। ਤੇ ਇਸ ਕਰਕੇ ਮੈਂ ਇਹੀ ਕਹੂੰਗਾ ਵੀ ਜਦੋਂ ਅਸੀਂ ਪ੍ਰਕਾਸ਼ ਦਿਹਾੜੇ ਮਨਾਉਂਦੇ ਆ, ਖੁਸ਼ੀਆਂ ਦਾ ਸਾਡਾ ਮੌਕਾ ਹੁੰਦਾ ਆ, ਇਹਦੇ ਵਿੱਚ ਜਿਹੜਾ ਸਾਡਾ ਇਕੱਠ ਆ ਉਹ ਵਧੇ, ਸਾਡਾ ਆਪਸੀ ਪ੍ਰੇਮ ਵਧੇ। ਔਰ ਜਿਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਇਸ ਦੇਸ਼ ਦੇ ਵਿੱਚ ਰਹਿੰਦੇ ਆ, ਇਸ ਦੇਸ਼ ਦੇ ਵਿੱਚ ਕਦੀ ਵੀ ਸਾਡੇ ਖਿਲਾਫ ਮੰਨ ਲਓ ਸਾਡੇ ਲਈ ਸੁਖਾਵੇਂ ਹਾਲਾਤ ਨਹੀਂ ਰਹੇ। ਬੁੱਧਾ ਦੇ ਖਾਤਮੇ ਤੋਂ ਬਾਅਦ ਸਾਨੂੰ 2000 ਸਾਲ ਪਹਿਲਾਂ ਤੋਂ ਗੁਲਾਮ ਬਣਾਇਆ ਗਿਆ, ਉਦੋਂ ਤੋਂ ਹੀ ਬੇਜ਼ਮੀਨੇ ਕਰ ਦਿੱਤਾ ਗਿਆ, ਮਨੁੱਖਤਾ ਦੇ ਤੌਰ ਤੇ ਸਾਡੀ ਹੈਸੀਅਤ ਖਤਮ ਕਰ ਦਿੱਤੀ ਗਈ, ਬੇਕਾਰ ਸਾਡੇ ਲਈ ਕੰਪਲਸਰੀ ਕਰ ਦਿੱਤੀ ਗਈ ਵੀ ਲੇਬਰ ਕਰਨੀ ਆ ਪਰ ਤਨਖਾਹ ਦੀ ਉਮੀਦ ਨਹੀਂ ਰੱਖਣੀ, ਅਛੂਤ ਬਣਾ ਦਿੱਤੇ ਗਏ। ਤੇ ਉਹ ਹਾਲਾਤ ਅਜੇ ਤੱਕ ਵੀ ਸਾਡੇ ਜਾਰੀ ਆ, ਸਿਰਫ ਅਸੀਂ ਉੱਥੇ ਹੀ ਕੁਝ ਹਾਲਾਤ ਬਦਲਣ 'ਚ ਕਾਮਯਾਬ ਹੋਏ ਆ ਜਿੱਥੇ ਅਸੀਂ ਇਕੱਠ ਦੇ ਰੂਪ ਵਿੱਚ ਲੜੇ ਆ। ਤੇ ਇਸ ਕਰਕੇ ਅੱਜ ਦੇ ਮਾਹੌਲ ਵਿੱਚ ਵੀ ਦੇਖੀਏ, ਜਿਸ ਤਰ੍ਹਾਂ ਦੀ ਮਨੋਵਾਦੀ ਸਰਕਾਰ ਰਹੀ ਆ, ਚਾਹੇ ਉਹ ਕਾਂਗਰਸ ਦੀ ਰਹੀ ਆ, ਚਾਹੇ ਮੌਜੂਦਾ ਸਰਕਾਰ ਆ, ਉਹਨਾਂ ਸਾਰਿਆਂ ਦੀ ਇਹ ਕੋਸ਼ਿਸ਼ ਆ ਵੀ ਜਿਹੜੀਆਂ ਘੱਟ ਗਿਣਤੀਆਂ ਮੁਸਲਿਮ ਆ, ਦਲਿਤ ਆ, ਬੈਕਵਰਡ ਆ, ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਇਹਨਾਂ ਦੇ ਹੱਕ ਖੋਲੇ ਜਾਣ, ਇਹਨਾਂ ਨੂੰ ਬੇਇਲਾਜੇ ਮਾਰਿਆ ਜਾਵੇ। ਜਿਸ ਤਰ੍ਹਾਂ ਹੁਣ ਖਬਰਾਂ ਆ ਰਹੀਆਂ ਆ ਵੀ ਸਾਰੇ ਸਕੂਲ ਨਿੱਜੀ ਕੰਪਨੀਆਂ ਨੂੰ ਦੇ ਦਿਓ। ਪਿੱਛੇ ਜੇ ਇਹ ਵੀ ਇੱਕ ਖਬਰ ਆਈ ਸੀ ਬਈ ਸਰਕਾਰੀ ਜਿਹੜੇ ਹਸਪਤਾਲ ਆ ਉਹਨਾਂ ਲਈ ਗ੍ਰਾਂਟਾਂ ਬੰਦ ਕਰ ਦਿਓ, ਵੀ ਜਦੋਂ ਗ੍ਰਾਂਟਾਂ ਬੰਦ ਕਰਾਂਗੇ ਉੱਥੇ ਇਲਾਜ ਹੋਣਾ ਬੰਦ ਹੋ ਜਾਣਾ ਔਰ ਗਰੀਬ ਬੇਇਲਾਜੇ ਮਾਰੇ ਜਾਣਗੇ। ਤੇ ਜਦੋਂ ਐਡਾ ਵੱਡਾ ਤੰਤਰ ਸਾਡੇ ਖਿਲਾਫ ਕੰਮ ਕਰ ਰਿਹਾ ਹੋਵੇ ਵੀ ਬੇਇਲਾਜੇ ਮਾਰਨਾ ਆ, ਅਨਪੜ੍ਹ ਕਰਕੇ ਮਾਰਨਾ ਆ, ਪੁਲਿਸ ਦਾ ਅਤਿਆਚਾਰ ਸਾਡੇ ਤੇ ਕਰਨਾ ਆ, ਡਰ ਪੈਦਾ ਕਰਨਾ ਆ, ਤੇ ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਤਾਂ ਹੀ ਸਾਹਮਣਾ ਕਰ ਸਕਦੇ ਆ, ਉਹਨਾਂ ਹਾਲਾਤਾਂ 'ਚੋਂ ਅਸੀਂ ਤਾਂ ਹੀ ਨਿਕਲ ਸਕਦੇ ਆ ਜੇ ਅਸੀਂ ਇਕੱਠੇ ਹੋ ਕੇ ਰਵਾਂਗੇ। ਇਸ ਕਰਕੇ ਇਕੱਠੇ ਹੋ ਕੇ ਰਹਿਣਾ ਔਰ ਇਕੱਠੇ ਹੋ ਕੇ ਆਪਣੇ ਸਮਾਜ ਦੇ ਲਈ ਲੜਨਾ ਸਾਡੇ ਇਸ ਦੇਸ਼ ਦੇ ਵਿੱਚ ਜੀਣ ਦੀ ਲਈ ਮੁੱਢਲੀ ਸ਼ਰਤ ਆ। ਵੀ ਜੇ ਅਸੀਂ ਇਸ ਦੇਸ਼ ਦੇ ਵਿੱਚ ਜੀਣਾ ਆ ਉਹਦੇ ਲਈ ਜ਼ਰੂਰੀ ਆ ਵੀ ਅਸੀਂ ਸਮੂਹਿਕ ਰੂਪ ਵਿੱਚ ਰਹਿਣਾ ਸ਼ੁਰੂ ਕਰੀਏ।
ਸਮੂਹਿਕ ਤੌਰ ਦੇ ਵਿੱਚ ਲੜਨਾ ਸ਼ੁਰੂ ਕਰੀਏ, ਸਮੂਹਿਕ ਤੌਰ ਦੇ ਵਿੱਚ ਤਰੱਕੀ ਬਾਰੇ ਸੋਚੀਏ। ਅਜੇ ਤੱਕ ਅਸੀਂ ਸਮੂਹਿਕ ਤਰੱਕੀ ਨਾ ਸੋਚ ਕੇ ਵਿਅਕਤੀਗਤ ਤਰੱਕੀ ਸੋਚਦੇ ਹਾਂ। ਇਸੇ ਕਰਕੇ ਸਾਡੀ ਜਿਹੜੀ ਪੀੜਾ ਆ ਉਹ ਘਟ ਨਹੀਂ ਰਹੀ। ਤੇ ਇਸ ਕਰਕੇ ਅੱਜ ਦੇ ਮੈਂ ਇਹੀ ਮੌਕੇ ਤੇ ਸਾਥੀਆਂ ਨੂੰ ਅਪੀਲ ਕਰੂੰਗਾ, ਸਾਡੇ ਸਾਰੇ ਪਰਿਵਾਰਿਕ ਮੈਂਬਰ ਬੈਠੇ ਆ, ਵੀ ਅਸੀਂ ਬਜਾਏ ਵਿਅਕਤੀਗਤ ਸੋਚੀਏ, ਅਸੀਂ ਸਮਾਜ ਦੇ ਮੱਦੇਨਜ਼ਰ ਸੋਚੀਏ ਵੀ ਤਰੱਕੀ ਕਰਨੀ ਆ, ਸਮੂਹਿਕ ਕਰਨੀ ਆ, ਪੀੜਾ ਜਿਹੜੀ ਸਮਾਜ ਦੀ ਆ ਉਹ ਹੱਲ ਕਰਨੀ ਆ, ਉਹਲੇ ਸਮੂਹਿਕ ਕੋਸ਼ਿਸ਼ ਕਰਨੀ ਆ। ਉਹੀ ਬਹੁਜਨਾਂ ਦੀ ਸਾਂਝ ਜੋ ਮਾਨਯਵਰ ਸਾਹਿਬ ਸ਼੍ਰੀ ਕਲਸ਼ੀ ਰਾਮ ਜੀ ਨੇ ਦੱਸੀ, ਔਰ ਉਹੀ ਬਹੁਜਨਾਂ ਦੀ ਸਾਂਝ ਜਿਹਨੂੰ ਸਾਡੀ ਭੈਣ ਕੁਮਾਰੀ ਮਾਇਆਵਤੀ ਜੀ ਸਰਬਜਨ ਹਿੱਤ ਔਰ ਸਰਬਜਨ ਸੁਖ ਤੱਕ ਲੈ ਕੇ ਜਾਣਾ ਚਾਹੁੰਦੇ ਨੇ। ਉਹ ਸਾਂਝ ਤੋਂ ਆਪ ਸਭ ਨੂੰ ਸ਼੍ਰੀ ਬਲਵਿੰਦਰ ਅੰਬੇਡਕਰ ਜੀ ਨੇ ਜਾਣੂ ਕਰਵਾਇਆ ਹੈ। ਆਸ ਕਰਦੇ ਹਾਂ ਕਿ ਤੁਸੀਂ ਇਹ ਸਾਂਝ ਨੂੰ ਅੱਗੇ ਵਧਾਉਣ ਦੀ, ਜ਼ਿਆਦਾ ਚਲਾਉਣ ਦੀ ਕੋਸ਼ਿਸ਼ ਕਰੋਗੇ। ਸੋ ਚੱਲਣ ਵਾਲੇ ਉਹਨਾਂ ਦੇ ਵਿਚਾਰਾਂ ਨੂੰ ਲੋਕਾਂ ਦੇ ਵਿੱਚ ਪ੍ਰਚਾਰਨ ਵਾਲੇ ਔਰ ਸਮੁੱਚੀ ਸਤਿਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਨੂੰ ਬੇਗਮਪੁਰੇ ਦੇ ਨਾਲ ਜੋੜਨ ਵਾਲੇ ਸੰਤ ਸ਼੍ਰੀ ਕ੍ਰਿਸ਼ਨ ਨਾਥ ਜੀ ਮਹਾਰਾਜ ਨਾਨਕ ਨਗਰੀ ਚਹੇੜੂ ਤੋਂ ਸਾਡੇ ਵਿੱਚ ਬਿਰਾਜੇ ਨੇ। ਸੋ ਉਹ ਆਪਣੇ ਮੁਖਾਰਬੰਦ ਤੋਂ ਆਪ ਜੀ ਨੂੰ ਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਸਮਾਜਿਕ, ਧਾਰਮਿਕ, ਰਾਜਨੀਤਿਕ, ਬਲਕਿ ਇਸ ਤਰ੍ਹਾਂ ਦੇ ਸੰਕਲਪ ਜਿਹਦੇ ਵਿੱਚ ਸਾਡੇ ਲਈ ਸੁੱਖ ਹੀ ਸੁੱਖ ਆ, ਉਹਦੇ ਨਾਲ ਆਪ ਸਭ ਨੂੰ ਰੂਬਰੂ ਕਰਾਉਣਗੇ। ਬੋਲੇ ਸੋ ਨਿਰਭੈ। ਜੈ ਗੁਰੂਦੇਵ, ਧੰਨ ਗੁਰੂਦੇਵ। ਜੈ ਭੀਮ, ਜੈ ਭਾਰਤ, ਜੈ ਸਤ। ਸਾਧ ਸੰਗਤ ਜੀ, ਬਈ ਸਭਾ ਇੱਕ ਹੋਇਆ, ਹੁਣ ਤੁਸੀਂ ਫੈਸਲਾ ਕਰੋ, ਡਿਸਾਈਡ ਕਰੋ, ਫਾਈਨਲ ਟੱਚ ਦਿਓ, ਬੈਠਣਾ ਕਿੰਨਾ ਕੁ ਚਿਰ ਚਾਹੁੰਦੇ ਆ। ਮੈਂ ਉਸ ਹਿਸਾਬ ਦਾ ਜਿਹੜਾ ਹੈਗਾ ਉਹ ਮੈਟਰ ਸ਼ੁਰੂ ਕਰਨਾ। ਬੋਲੋ। ਧਿਆਨ ਦਿਓ, ਖਿਆਲ ਕਰਿਓ। ਸਤਿਗੁਰੂ ਨਾਮਦੇਵ ਜੀ, ਉਹਨਾਂ ਨੇ ਉਹਦੀ ਆਰਾਧਨਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਹਿੰਦੇ ਤੂੰ ਇੱਥੇ ਆਪਣੀ ਪੂਜਾ ਪਾਠ, ਆਪਣੀ ਆਰਾਧਨਾ ਨਹੀਂ ਕਰ ਸਕਦਾ ਹੈ। ਤੇ ਕਹਿੰਦੇ ਕਿਉਂ? ਕਹਿੰਦੇ ਇੱਥੇ ਸਾਡਾ ਰੱਬ ਆ, ਸਾਡਾ ਭਗਵਾਨ ਆ, ਸਾਡਾ ਰਹਿਬਰ ਆ, ਸਾਡਾ ਪੈਗੰਬਰ ਆ। ਉਹ ਕਹਿੰਦੇ ਜਿੱਥੇ ਨਹੀਂ ਹੈਗਾ ਫਿਰ ਚਲੋ ਉੱਥੇ ਕਰ ਦਿਓ। ਉਹਨਾਂ ਨੇ ਚੱਕਿਆ, ਚੱਕ ਕੇ ਬਾਹਰ ਰੱਖਿਆ ਤੇ ਉਧਰ ਨੂੰ ਕਰਤਾ। ਬਾਣੀ ਵਿੱਚ ਲਿਖਿਆ ਆ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜਿਉਂ ਜਿਉਂ ਨਾਮਾ ਹਰ ਗੁਣ ਉਚਰੇ ਤਿਉਂ ਤਿਉਂ ਦੇਹੁਰਾ ਫਿਰੇ। ਅੱਜ ਵੀ ਇੱਕੋ ਇੱਕ ਮੰਦਿਰ ਆ ਜਿਹਦਾ ਉਹ ਮੂੰਹ ਘੁੰਮਿਆ ਹੋਇਆ ਆ, ਬਾਕੀਆਂ ਦੇ ਦੂਜੇ ਪਾਸੇ ਆ ਤੇ ਉਹਦਾ ਉਧਰਲੇ ਪਾਸੇ ਆ, ਉਲਟ ਪਾਸੇ। ਉਲਟ ਪਾਸੇ ਕਿਉਂ ਆ? ਕਿ ਉਧਰ ਸਤਿਗੁਰੂ ਨਾਮਦੇਵ ਜੀ ਸੀਗੇ। ਡੇਰੇ ਦਾ ਮੁੱਖ ਉਹਨੂੰ ਹੋ ਗਿਆ। ਤੇ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਚ ਗਏ, ਮੱਕੇ ਮਦੀਨੇ, ਉਦੋਂ ਵੀ ਕਹਿੰਦੇ ਬਾਬਾ ਇੱਧਰ ਸਾਡਾ ਰੱਬ ਆ, ਅੱਲਾਹ ਤਾਲਾ ਭਗਵਾਨ ਹੈ। ਉਹ ਕਹਿੰਦੇ ਜਿੱਧਰ ਨਹੀਂ ਹੈਗਾ ਉਧਰ ਕਰ ਦਿਓ। ਘੁਮਾਇਆ। ਇਹ ਬੜੀਆਂ ਐਗਜ਼ਾਮਪਲਾਂ। ਸਤਿਗੁਰੂ ਨਾਮਦੇਵ ਮਹਾਰਾਜ ਜੀ ਦੀ ਮਾਤਾ ਬੜੀ ਚਿੰਤਤ ਹੋ ਕੇ, ਬੜੀ ਗੰਭੀਰਤਾ ਦੇ ਨਾਲ ਰੋਂਦੀ ਕਰਲਾਂਦੀ ਆ ਕੇ ਸਤਿਗੁਰੂ ਨਾਮਦੇਵ ਭਾਵ ਆਪਣੇ ਬੇਟੇ ਕੋਲ, ਆਪਣੇ ਬੱਚੇ ਕੋਲ, ਆਪਣੇ ਸੁਪੁੱਤਰ ਕੋ ਆਈ। ਆ ਕੇ ਕੰਨ ਵਿੱਚ ਕਿਹਾ, ਇਹ ਤੈਂ ਇਹ ਕੀ ਲੈਣਾ ਲੋਕਾਂ ਕੋ? ਤੈਂ ਕੀ ਲੈਣਾ ਇਹਨਾਂ ਦੇ ਕੋਲੋਂ? 4 ਦਿਨ ਵਧੀਆ ਲੰਘ ਜਾਣਗੇ, ਰਾਜਾ ਖੁਸ਼ ਹੋ ਜਾਊਗਾ। ਅੱਲਾ ਦੀ ਬਜਾਏ ਅੱਜ ਰਾਮ ਦੀ ਬਜਾਏ ਅੱਜ ਜਿੱਦਾਂ ਇਹ ਕਹਿੰਦੇ ਉਦਾਂ ਕਰ ਲਾ, ਵਧੀਆ ਹੋ ਜਾਊਗਾ। ਬਾਣੀ ਵਿੱਚ ਲਿਖਿਆ, ਨਾ ਹੂੰ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ। ਮਾਂ ਮੈਨੂੰ ਇਹ ਤੇ ਤੋਂ ਉਮੀਦ ਨਹੀਂ ਸੀ, ਆਸ ਨਹੀਂ ਸੀ, ਕਿਉਂਕਿ ਮਾਂ ਹੀ ਗੁੜਤੀ ਦਿੰਦੀ ਬੱਚੇ ਨੂੰ। ਇਹਦੇ ਵਿੱਚ ਜਜ਼ਬਾਤ, ਇੱਜ਼ਤ ਔਰ ਅਣਖ ਦਾ ਲਾਵਾ ਮਾਂ ਭਰਦੀ ਹੈ, ਇਹ ਗੁੜਤੀ ਮਾਂ ਦਿੰਦੀ ਹੈ। ਲੇਕਿਨ ਮੈਨੂੰ ਅਫਸੋਸ ਹੈ ਕਿ ਮੈਨੂੰ ਇਦਾਂ ਦੀ ਤੇ ਤੋਂ ਆਸ ਅਤੇ ਉਮੀਦ ਨਹੀਂ ਸੀ।
ਤੇ ਸਤਿਗੁਰੂ ਨਾਮਦੇਵ ਜੀ ਕਹਿਣ ਲੱਗੇ ਬਾਣੀ 'ਚ ਲਿਖਿਆ, ਨਾ ਹੂੰ ਤੇਰਾ ਪੁੰਗੜਾ ਨਾ ਤੂੰ ਮੇਰੀ ਮਾਏ। ਭਾਵ ਜੇ ਮੈਂ ਇਦਾਂ ਕਰ ਲਿਆ ਉਹਨਾਂ ਦੇ ਹੌਸਲੇ ਬੁਲੰਦ ਹੋ ਜਾਣੇ ਆ, ਇਸ ਲਈ ਹੌਸਲਾ ਰੱਖਣਾ ਪਊਗਾ। ਤੇ ਧਿਆਨ ਦਿਓ, ਕੜੀਆਂ ਬੇੜੀਆਂ ਪਾ ਕੇ ਜੰਜੀਰਾਂ ਨਾਲ ਬੰਨ ਕੇ ਸਤਿਗੁਰੂ ਕਬੀਰ ਸਾਹਿਬ ਜੀ ਨੂੰ ਗੰਗਾ ਚ ਰੋੜ ਦਿੱਤਾ। ਗੰਗਾ ਚ ਰੋੜਤਾ, ਕਹਿੰਦੇ ਪੁਆੜਾ ਹੀ ਤੇਰਾ ਆ, ਜਾਬੇ ਹੀ ਤੇਰਾ ਆ, ਕਿਉਂਕਿ ਤੂੰ ਇੱਜ਼ਤ ਅਤੇ ਅਣਖ ਦੀ ਗੱਲ ਕਰ ਰਿਹਾ। ਸਤਿਗੁਰੂ ਸਾਹਿਬ ਦੀ, ਕਬੀਰ ਸਾਹਿਬ ਜੀ ਦੀ ਬਾਣੀ ਇੰਨੀ ਕ੍ਰਾਂਤੀਕਾਰੀ ਆ, ਉਹਨਾਂ ਨੇ ਸਿੱਧੀਆਂ ਗੱਲਾਂ ਕੀਤੀਆਂ ਆ, ਭਾਵ ਧੋ ਫੇਰੀਆਂ ਆ। ਇਹ ਹੁਣ ਢੀਠ ਅਸੀਂ ਆ, ਨਹੀਂ ਮੰਨਦੇ, ਵੱਖਰੀ ਗੱਲ ਆ। ਤਾਂ ਫਿਰ ਸਤਿਗੁਰੂ ਉੱਥੇ ਵੀ ਆ ਕੇ ਕਿਰਪਾ ਕੀਤੀ ਤੇ ਮਿਰਗਸ਼ਾਲਾ ਥੱਲਿਓ ਆਈ ਔਰ ਉਹਦੇ ਤੇ ਵਿਰਾਜਮਾਨ ਹੋ ਗਏ। ਤਾਂ ਫਿਰ ਉਹਨਾਂ ਨੂੰ ਵੀ ਡੰਡੌਤ ਬੰਦਨਾ ਕਰਨੀ ਪਈ, ਸਤਿਗੁਰੂ ਕਬੀਰ ਸਾਹਿਬ ਜੀ। ਸਾਰਾ ਕੁਝ ਇਤਿਹਾਸ ਲਿਖਿਆ ਪਿਆ। ਇਹ ਸ਼ਬਦ ਬੋਲਿਆ ਸੀਗਾ ਬਈ, ਫੇਰ ਕਹਿੰਦੇ ਕੰਚੀ ਵਾਲਾ ਆਉਂਦਾ ਨਹੀਂ, ਪ੍ਰੇਮ ਨਾਲ ਕੋਈ ਬੁਲਾਉਂਦਾ ਨਹੀਂ, ਤੇ ਫੇਰ ਕਹਿੰਦੇ ਕੰਚੀ ਵਾਲਾ ਆਉਂਦਾ ਨਹੀਂ। ਪ੍ਰੇਮ ਨਾਲ ਬੁਲਾਇਆ ਮੀਰਾ ਨੇ ਤੇ ਝੱਟ ਚਲਾ ਆਇਆ। ਮੀਰਾ ਜੈਸੀ ਲਗਨ ਕੋਈ ਲਗਾਉਂਦਾ ਨਹੀਂ, ਫੇਰ ਕਹਿੰਦੇ ਕੰਚੀ ਵਾਲਾ। ਹਾਂ, ਅੰਬੇਡਕਰ ਪਾਰਕ ਆ, ਕਹਿੰਦੇ ਅੰਬੇਡਕਰ ਜੈਸੀ ਕੋਈ ਲਗਨ ਲਗਾਉਂਦਾ ਨਹੀਂ, ਤਾਂ ਫੇਰ ਕਹਿੰਦੇ ਸਾਡੇ ਘਰ ਅੰਬੇਡਕਰ ਆਉਂਦਾ ਨਹੀਂ। ਕੰਚੀ ਰਾਮ ਨੇ ਬੁਲਾਇਆ, ਉਹ ਝੱਟ ਚਲਾ ਆਇਆ। ਕੰਚੀ ਰਾਮ ਜੈਸੀ ਪਿਆਰ ਵਾਲੀ ਤੰਦ ਕੋਈ ਮਜ਼ਬੂਤ ਤੇ ਕਰਾਉਂਦਾ ਨਹੀਂ, ਤਾਂ ਫੇਰ ਕਹਿੰਦੇ ਬਾਬਾ ਸਾਹਿਬ ਸਾਡੇ ਘਰ। ਬੋਲੋ ਬੋਲੋ, ਆਪ ਗਵਾਇਆ ਤਾਂ ਸ਼ੋ ਪਾਇਆ ਔਰ ਕੈਸੀ ਚੁਤਰਾਈ। ਇਹ ਆਪਣਾ ਆਪ ਗਵਾ ਕੇ ਇਹ ਰਹਿਬਰ ਪੈਗੰਬਰ ਆਉਣਗੇ, ਫੇਰ ਗੱਲ ਬਣੇਗੀ। ਆ ਜਿਹੜਾ ਮੰਚ ਆ ਸਟੇਜਾਂ ਆ ਇਕੱਠ ਜਿਹੜਾ ਆ, ਧਿਆਨ ਦੇਣਾ, ਇਹਨਾਂ ਰਹਿਬਰਾਂ ਨੇ ਜੋ ਘਾਲਣਾ ਕਾਲੀ ਆ, ਉਹਨਾਂ ਦੀ ਬਦੌਲਤ ਆ ਸਭ ਕੁਝ ਆਨੰਦ ਮਾਣ ਰਹੇ। ਸਾਨੂੰ ਕਿਸੇ ਨੇ ਢੇਰ ਸੱਟਣ ਨੂੰ ਨਹੀਂ ਸੀ ਲਿਜਾਣਾ ਦਿਹਾੜੀ ਤੇ। ਆੜੇ ਬਾਬੇ ਫੋਰਚੂਨਰ ਨਾਲ ਲਈ ਫਿਰਦੇ ਆ ਨਾ, ਇਹ ਪੁੱਛ ਕੇ ਦੇਖੋ, ਪਹਿਲਾਂ ਬਾਬੇ ਤੁਰ ਕੇ ਹੀ ਜਾਂਦੇ ਸੀਗੇ। ਜਿਹੜੇ ਵੱਡੇ ਵੱਡੇ ਹਾਲਾਂ ਦਾ ਆਨੰਦ ਮਾਣਦੇ, ਏਸੀ ਦਾ, ਛੰਨਾ ਢਾਰਿਆਂ 'ਚ ਹੀ ਰਹਿੰਦੇ ਸੀਗੇ। ਮਾਫ ਕਰਨਾ, ਡੇਰਾ ਵਿਆਸ ਛੰਨ ਤੋਂ ਪੈਦਾ ਹੋਇਆ, ਡੇਰਾ ਬੱਲਾ ਛੰਨ ਤੋਂ ਪੈਦਾ ਹੋਇਆ, ਡੇਰਾ ਚਹੇੜੂ ਛੰਨ ਤੋਂ ਪੈਦਾ ਹੋਇਆ। ਜਿੰਨੇ ਵੀ ਮਹਾਪੁਰਸ਼ਾਂ ਦੇ ਡੇਰੇ ਆ, ਸਾਰੇ ਕੁੱਲ ਤੋਂ, ਛੰਨ ਤੋਂ, ਛਪਰੀ ਤੋਂ, ਢਾਰੇ ਤੋਂ, ਕੁੱਲੀ ਤੋਂ ਪੈਦਾ ਹੋਏ ਆ। ਮਹਾਨ ਮਹਾਪੁਰਸ਼ਾਂ ਨੇ ਤਪੜੀ ਤੇ ਬੋਰੀ ਤੇ ਬਹਿ ਕੇ ਭਗਤੀ ਬੰਦਗੀ ਇਬਾਦਤ ਕੀਤੀ ਹੈ, ਰੁੱਖਾ ਮਿੱਸਾ ਖਾ ਕੇ ਔਰ ਸਰਬੱਤ ਦਾ ਭਲਾ ਮੰਗਿਆ, ਤੇ ਅੱਜ ਤਦੇ ਡੇਰਾ ਬੱਲਾ ਲਹਿਰਾ ਬਹਿਰਾ ਆ। ਜੇ ਤੁਸੀਂ ਅੱਜ ਲੱਖਾਂ ਦੀ ਗਿਣਤੀ 'ਚ ਉੱਥੇ ਦਰਸ਼ਨ ਦੀਦਾਰ ਕਰ ਰਹੇ ਆ, ਤੇ ਸਾਰੇ ਦਾ ਸਿਹਰਾ ਸੰਤ ਸਰਵਣ ਦਾਸ ਮਹਾਰਾਜ ਦੇ ਨਾਂ ਤੇ ਜਾ ਰਿਹਾ। ਉਹਨਾਂ ਨੇ ਮਹਾਨ ਘਾਲਣਾ ਘਾਲੀ ਹੈ, ਤੇ ਤਦੇ ਹੀ ਅੱਜ ਉੱਥੇ ਜਾ ਕੇ ਤੁਸੀਂ ਦਰਸ਼ਨ ਦੀਦਾਰ ਕਰ ਸਕਦੇ ਆ। ਮੈਂ ਇਹ ਗੱਲ ਨਾਲ ਲੱਗਦੀ ਕਹਿ ਦਿਆਂ ਬਈ, ਖੋਦ ਕੇ ਮੂਸਾ ਮਰ ਗਿਆ, ਖੋਦ ਕੇ ਮੂਸਾ ਮਰ ਗਿਆ। ਮੌਜ ਕਰੀ ਭੁਜੰਗੇ ਨੇ। ਮੂਸਾ ਕਹਿੰਦੇ ਚੂਹੇ ਨੂੰ, ਚੂਹਾ ਸਾਰੀ ਜ਼ਿੰਦਗੀ ਡੁੱਡ ਨਹੀਂ ਕੱਢਦਾ, ਲੇਕਿਨ ਕੱਢੀ ਕਢਾਈ ਡੁੱਡ 'ਚ ਰਹਿੰਦਾ ਆ। ਚੇਤਾ ਰੱਖਿਓ ਕਿਤੇ। ਆ ਮੈਨੂੰ ਨਹੀਂ ਪਤਾ ਇਸ ਪਾਰਕ ਲਈ ਕਿੰਨੀ ਕੁ ਜਦੋਜਹਿਦ ਹੋਈ ਹੈ। ਅੱਜ ਵਧੀਆ ਬਣੀ ਤਾਂ ਬਾਬਾ ਵੀ ਚੌਂਕੜਾ ਮਾਰ ਕੇ ਬਹਿ ਗਿਆ। ਘਾਲਣਾ ਕਿਹਨਾਂ ਦੀ ਆ? ਤੁਹਾਡੇ ਲੋਕਾਂ ਦੀ। ਸੰਘਰਸ਼ ਕਿਹਨਾਂ ਦਾ? ਤੁਹਾਡੇ ਲੋਕਾਂ ਦਾ। ਖੋਦ ਕੇ ਮੂਸਾ ਮਰ ਗਿਆ, ਮੌਜ ਕਰੀ ਭੁਜੰਗੇ ਨੇ। ਭੁਜੰਗਾ ਕਹਿੰਦੇ ਨੇ ਸੱਪ ਨੂੰ। ਸੱਪ ਕਦੀ ਜ਼ਿੰਦਗੀ 'ਚ ਡੁੱਡ ਨਹੀਂ ਕੱਢਦਾ, ਕੱਢੀ ਕਢਾਈ ਡੁੱਡ 'ਚ ਰਹਿੰਦਾ, ਤੇ ਨਾਲੇ ਫਿਰ ਚੂਹੇ ਨੂੰ ਫੜ ਲੈਂਦਾ। ਹਾਂ, ਕੰਮ ਬਣ ਜਾਂਦਾ ਉਹਦਾ। ਡੁੱਡ ਵੀ ਮਿਲ ਗਈ, ਖੁਰਾਕ ਵੀ ਮਿਲ ਗਈ।
ਇਸੇ ਤਰ੍ਹਾਂ ਮੱਲਾ ਮਾਰਦੇ ਰਹੇ ਸਾਡੇ ਦਾਦੇ ਬਾਬੇ ਪੜਦਾਦੇ ਬਜ਼ੁਰਗ, ਤੇ ਅੱਜ ਉਹਨਾਂ ਦਾ ਸੰਘਰਸ਼ ਕੀਤਾ। ਅੱਜ ਦਾਦੇ ਕਹਿੰਦਾ ਨਾ ਇਹ ਬੀਜੇ ਬਾਬਾ ਤੇ ਖਾਵੇ ਪੋਤਾ ਵੱਡੇ, ਅੱਜ ਉਹਨਾਂ ਦੀ ਬਦੌਲਤ ਅੱਜ ਤੁਸੀਂ ਸਾਰੇ ਆਨੰਦ ਮਾਣ ਰਹੇ ਆ। ਤੇ ਜੇ ਬਜ਼ੁਰਗਾਂ ਨੂੰ ਭੁੱਲ ਗਿਆ ਤੇ ਪੁੱਛਣਾ ਸਾਨੂੰ ਵੀ ਕਿਸੇ ਨੇ, ਤੁਹਾਨੂੰ ਵੀ ਨਹੀਂ। ਇਸ ਲਈ ਮੂਲ ਨਾਲੋਂ ਟੁੱਟਣਾ ਨਹੀਂ, ਤੇ ਸਾਡਾ ਮੂਲ ਗੁਰੂ ਰਵਿਦਾਸ ਤੇ ਬਾਬਾ ਸਾਹਿਬ ਆ। ਇੱਧਰ ਉੱਧਰ ਜਿੱਦਾਂ ਮਰਜ਼ੀ ਹੋ ਜਾਓ, ਹਾਂ ਤੁਰੋ ਫਿਰੋ, ਖਾਓ ਪੀਓ, ਮੌਜਾਂ ਕਰੋ, ਜਾਓ ਆਓ ਜਿੱਥੇ ਮਰਜ਼ੀ ਚੱਲ ਜਾਓ। ਮੈਨੂੰ ਪਤਾ ਤੁਸੀਂ 11 ਮਹੀਨੇ ਸਾਰੇ ਬਾਹਰ ਹੀ ਰਹਿੰਦੇ ਆ, 1 ਮਹੀਨਾ ਬਾਬੇ ਰਵਿਦਾਸ ਦਾ ਤਾਂ ਬਾਬਾ ਸਾਹਿਬ ਦਾ ਆ। ਕੋਈ ਗੱਲ ਨਹੀਂ, ਖਾ ਪੀਓ, ਤੁਰ ਫਿਰਿਆਓ, ਘੁੰਮ ਫਿਰਿਆਓ, ਇੰਜੋਏ ਕਰੋ, ਹੌਲੀਡੇ ਮਨਾਓ, ਪਿਕਨਿਕ ਮਨਾਓ, ਲੇਕਿਨ ਮੁੜ ਕੇ ਆ ਕੇ ਬਾਪੂ ਦੇ ਚਰਨਾਂ 'ਚ ਆ ਜਾਓ। ਤੁਸੀਂ ਨਿਰੰਕਾਰੀਆਂ, ਰਾਧਾ ਸਵਾਮੀਆਂ, ਡੇਰਾ ਬੱਲਾ ਜਾਂਦੇ ਆ ਜਾਂ ਕਿਤੇ ਵੀ ਜਾਂਦੇ ਆ, ਜਾਓ, ਬਹੁਤ ਚੰਗੀ ਗੱਲ ਆ। ਆਪਣੇ ਸਤਿਗੁਰਾਂ ਤੇ ਵਿਸ਼ਵਾਸ ਅਤੇ ਭਰੋਸਾ ਰੱਖੋ, ਜਿਹਨੂੰ ਮੰਨਦੇ ਮੰਨੋ, ਬਹੁਤ ਵਧੀਆ ਚੰਗੀ ਗੱਲ ਆ। ਪਰ ਇਹ ਬੇਨਤੀ ਆ, ਮੇਰਾ ਤੇ ਤੁਹਾਡਾ ਤੇ ਸਾਰਿਆਂ ਦਾ ਪਿਓ ਗੁਰੂ ਰਵਿਦਾਸ ਆ ਤੇ ਬਾਬਾ ਸਾਹਿਬ ਆ। ਇਹ ਤੋਂ ਬਗੈਰ ਤੁਹਾਡੀ ਗਤੀ ਨਹੀਂ ਹੋਣੀ, ਭਾਵੇਂ ਜਿੱਦਾਂ ਮਰਜ਼ੀ ਗੰਗਾ ਤੇ ਜਾ ਕੇ ਪੰਡਤਾਂ ਕੋ ਛੱਲ ਲਹਾਈ ਜਾਏ। ਤੁਹਾਡਾ ਸਾਡਾ ਪੇ ਬਾਪੂ ਕੌਣ ਆ ਬਈ? ਉਹ ਕੌਣ? ਬੋਲੋ ਉੱਚੀ ਮਾੜਾ ਜਿਹਾ। ਮੈਂ ਕੱਲ ਨੂੰ ਬਾਹਰ ਜਾ ਕੇ ਕੀ ਦੱਸੂਗਾ, ਸਈਪੁਰ ਵਾਲੇ ਬੋਲਦੇ ਹੀ ਨਹੀਂ ਸੀਗੇ। ਕੌਣ ਹੈ ਬਈ ਤੁਹਾਡਾ ਸਾਡਾ ਪਿਓ ਬਾਪੂ? ਧਿਆਨ ਦੇਣਾ, ਅੱਜ ਦੀ ਤਰੀਕ 'ਚ 21ਵੀਂ ਸਦੀ 'ਚ ਇਹ डुप्लीकेट सामान बहुत आ रहा है। फैशन के दौर में इच्छा की गारंटी ना बाबा ना, ते डुप्लीकेट समान चमकदा, लिशकदा, पुछकदा हुंदा, लेकिन ओरिजिनल जिहड़ा माल आ, जिहड़ा नखाल से जिहड़ा प्योर आ, वो चमका नहीं मारदा, वो असर करदा। और ध्यान देना, गुरु रविदास नूं भुल्लिओ ना, होर किसे ते बाबा साहब नूं भुल्लिओ ना, बोलो, होर किसे ते डोलिओ ना। उदा जाओ आओ, खाओ पियो, मौजां करो, बस मुड़ के वापस बापू को, अपने प्यो को, अपने रहबर को, अपने सतगुर तो। उदा मैनूं पता मूँह मत्थे सारे लगते जाते होंदे आ, मूँह दे बस। ये गल सच्ची कि झूठी? सच्ची है। चलो बहुत बढ़िया, ध्यान दो, ख्याल करो। इदां दा समागम सीगा ते 90-95 साल दा बजुर्ग, ओदी किते इच्छा हुई कुछ छकिया जाए, भी भुख लगी है, रेड़ी ते गया ते रेड़ियां 2 आ। पुछया बई आ जिहड़ा तेरा रेड़ी ते समान रखिया आ, ये अंगूर है? ओ पुत बच्चा, ओ काका मालो, ये की भा लाए आ? अगे बोलिया, बजुर्गो ये 100 रुपए किलो आ। हुण भाईया सीगा आनिया दवानिया वाला, टकिया वाला, ओ पुत असीं 5 रुपया च ब्याह करन वाले बंदे, तू 100 रुपए किलो नूं अंगूर दसदा पिया। ओ काका ये तो बेचने है, रेहड़ी का मुल आ, तेरा बेचया नहीं भाईया। वो जमाना आने दुआने का लंघ गया, हुण तां लखां दा कुछ नहीं आउंदा। अच्छा पुत चलो ठीक है, भा सर ला ला। कहंदा भाईया तू मेरे बजुर्गां वर्गा आ, असीं भी इसे हालात चों निकले, तू भी इदां दा ही आ, चल 10 रुपए घट कर ला। 90 ते गल बन गई। वो कहंदा पुत इदू कोई होर सस्ते है नहीं? कहंदा भाईया है नहीं। कहंदा पुत फिर भी देख ला। ते उसे रेहड़ी ते परले पासे एक ढेरी पई आ, जेड़े टुटे हुए है, कल्ले कल्ले आ, पर है ढेरी च रखे हुए। ओ पुतिया इन्हां दा की लएगा? कहंदा भाईया इन्हां दी कोई कीमत नहीं, जो तू देना लै ला, सारे चक पावा, इन्ने की दे दे। वो कहंदा इहदी बड़ी कीमत घट है। कहंदा जी ये कल्ले कल्ले है, ये अलग अलग आ, ये गुच्छे तो टुट चुके हैं,
इस करके इन्हां दी कीमत नहीं। आ वधिया ये गुच्छे वाले आ, इसलिए ये 100 सी, तैनूं 90 आ। हुण ध्यान देना, फैसला तुहाडे हत्थ आ। अपनी कीमत जो मर्जी पाउणी है कि 90 वाली पाउणी है, जेता रहना कट्ठे, तब फिर कीमत कोई दे नहीं सकता, ते नहीं तो फिर जिहड़ा मर्जी लै जाए जिस भाव ही आ। फैसला तुहाडे हत्थ आ भी अज गुरपुरब गुरु रविदास जी का, गुरु लोगों का, सतगुरां का, ते ओ सानू कट्ठे रहण लई गल कह के गए। बाबा साहब जी सतगुरु कह के गए कट्ठे, ते कट्ठियां दी कीमत है, कट्ठियां दी वैल्यू है, ते कट्ठियां दी इज्जत है, ते कट्ठियां दा मान सन्मान है। दुखा तकलीफां बथेरियां आउंदियां जिंदगी च, इनू एक पासे रख के कट्ठे रहो। नाल दी रेड़ी ते केले पए सी, ओए पुੱਤ ਇਹ किदां लाए, कहंदा 50 रुपये, वो कहंदा सस्ते, आ कहंदा टुटे फुटे है जो मर्जी दे दे। गुच्छे वालिਆਂ ਦੀ कीमत 50 आ, ते कल्ले कल्ले दी कीमत कोई नहीं। इसलिए ध्यान देना, एक बाड़े च आ जिहड़ा भेडां बकरियां चारन वाला, एक बाड़े च चाहे भेडां बकरियां थोड़ियां ते चाहे ज्यादियां, आ जिहड़ी इक्को ही है। ते भेडां बकरियां नूं वड्ढण वास्ते बाहले कसाईयां दी लोड़ नहीं पैंदी, इक्को ही बहुत है। ते आपां भेडां बकरियां नहीं बनना, आपां गुरु दे दास बनना, सरोते बनना, उन्हां दे अनुयायी बनना, उन्हां दे पैरोकार बनना और उन्हां दी शिक्षावां ते चलना। की ख्याल है भाई? हुण गल थोड़ी जी सतगुरु रविदास महाराज दी बाणी दी करिए, कर लईए। ध्यान दो, सतगुरु रविदास महाराज जी शन तो ढारे तो कुल्ली तो उपर उठ के शाही महलों तक उन्होंने जान का मौका मिले और वो बार बार गए और उन्होंने जाना पिया और वो गए। क्यों गए? देश लई, समाज लई, कौम लई, संगत लई। जेड़े लंबे समय तो जुल्म दा, तशद्दद दा शिकार हो रहे सी, जिन्हां ते अत्याचार हो रहे सी, गाजर मूली दी तरह कट वड हो रही सी, तुरदियां फिरदियां जीदियां लाशां दे समान सन और उन्हां दे विच एक जज्बात, इज्जत और अणख पैदा करने लई सतगुरु रविदास महाराज नूं वार वार शाही महलों च जाना पिया। बाणी च सारियां दलीलां विचारा है, तुसीं पढ़दे या सुनदे हैं। मैं उन्होंने फिर दोबारा रिन्यू भाव रिपीट करना चाहता है, तुहाडे दिल और दिमाग च पड़े भी कल्ला ढोलकियां बाजे चिमटे छैने खड़काउण वाली गुरु रविदास जी की बाणी नहीं। और वो ये नहीं कहते भी अखा मीटो, अखा मीटो, चौंकड़ियां मारो, मरने तो बाद तुहानू स्वर्ग मिलेगा। गुरु रविदास जी की बाणी ये नहीं कह रही वे तुसी अखा मीटो, चौंकड़ियां मारो, मरने तो बाद तुहानू स्वर्ग मिलेगा। ये गुरु रविदास जी के विचार नहीं। राग सूही पढ़ो, सतगुरु रविदास महाराज कहते आ, क्या तू सोया बोलो जाग याना। वो कहते तू बहुत चिर सौ लिया, तेनू बहुत चिर इन्होंने सुलाया और ये तेनू सुता ही रहना चाहते हैं, ये तेनू सुला के राजी है। लेकिन 14वीं सदी च एक इहो जिहा महान जुग पलटाऊ रहबर होया और जिन्होंने आख्या क्या तू सोया जाग याना। अज तेनू जागण की लोड़ है। ये बाणी कह रहे, मैं अपने कोलों नहीं कह रहा, किसी की कविता नहीं, किसी की गजल या गीत नहीं गा, ये बाणी है। तुसी पढ़ते सुनते, ये गल सच्ची कि झूठी है? बोलो सही है। ते हुण फैसला तुहाडे हथ आ। 6 सदियां तो वध दा समा हो गया, हुण तुहाडे हथ वासिया वे तुसी सौना
या जागना। चौकीदार का काम है होका देना, जागना या ना जागना पब्लिक के हाथ। गुरु रविदास जी 14वीं सदी च जगा के गए, हाकमराना ने सुलाते। 14 अप्रैल 1891 बाबा साहब ने जगाया, हाकमराना ने सुलाते। ते सानू अज जागना चाहिए। वैसे ध्यान देना, बहुत अपने दुआबे च पंजाब च जागरण होंदे आ, पूरे भारत च होंदे आ, आउट ऑफ कंट्रियां च होंदे आ। जिन्हों कहते सारी रात जागना, उन्होंने कहते जगराता आ, जागरण आ। सारी रात भेटां पढ़ी जानियां, जागदे आ, लेकिन जागण का मीनिंग का नहीं पता, भावार्थ का नहीं पता, इसका पिछोकड़ इतिहास का नहीं पता, जागना है किदां। सुते हुए नूं जगाउणा कोई वाला वड्डा काम नहीं। किसी भी ढंग तरीके नाल सुते नूं उठाया जा सकदा, जगाया जा सकदा। पर गुरु रविदास जी कहंदे भी जागदे नूं जागदा रखना बड़ा औखा काम है। जागदे नूं जागदा रखना बड़ा औखा काम है। इसलिए तुसी मानसिक तौर पर ना सौ जाओ। ध्यान है तुहाडा इधर? आपे ले लो, भावें सारे जाके ले जाओ। जागदे हुए नूं जगाउणा सौखा काम है, लेकिन जागदे नूं जागदा रखना बड़ा औखा काम है। तुसी मानसिक तौर पर ना सौ जाओ। ते फिर गल हुंदी, कहंदे वे जे मैं फुल लियावां वो भी झूठे, आ इत्थे रखे आ, जे मैं दुध लियावां वो भी झूठा, जे मैं जल लियावां वो भी झूठा। ये तुसीं कई बार सुनदे ना, इदां ही है। ध्यान देना, चाहे कलाकार नॉर्मल आ ते चाहे हाई लैवल का, चाहे 1 रुपया लैण वाला, चाहे लाख वाला, ते चाहे 10 लाख वाला। जिन्ने भी धार्मिक समागम होंदे, जिन्ने भी जागरण होंदे, जिहड़ा उहदा मूल मंत्र है ना, जिहड़ी आराधना, जिहड़ी पूजा पाठ आ, शुरू इत्थों ही हुंदी है। ते अपने हिसाब नाल गल करी जांदे आ, लेकिन ये दस्सिया नहीं भी ये आराधना का तरीका किवें दस्सिया। और वो तरीका दसन वाले अज जिन्हां दा गुरपुरब मना रहे उन्हां दा आ। उन्होंने की किया? दूध ते बछरे थनों बटारियो, फूल भवर जल मीन फगाए। किसी ने दसिया ने भी बापू की बाणी आ कह रही आ, अपने हिसाब नाल कही गए। हाँ, पत्ते पत्ते विच शेर वाली माई ते रोम रोम च की आ, माफ करना, ठीक है, चंगी गल आ। पहाड़ा वाली माई बहुत दूर है, पहला घर वाली मां नूं देखो भी उन्होंने किसी ने पानी का घुट दिता कि नहीं दिता। पहाड़ा वाला बाबा बहुत वधिया, चंगी गल है, जाओ, पर इन्ना चेता रखो भी तुहाडे बापू नूं किसी ने रोटी खिलाई कि नहीं खिलाई। पहाड़ दूर है, जंगल दूर है, पहला घर देखो। और कभी प्यार से तो पानी पिलाया नहीं, बाद में अमृत पिलाने का क्या फायदा। जींदे जी जेकर असीं बुजुर्गां दी सेवा ना कीती, माफ करना, कहना बाबा की कहीदा। साडियां धीआं भैणां जदों ਇਹ बहुआं बन के जांदियां, कहंदी पहली गल तां घर च काढ़ियां दा भौल नहीं चाहिदा, दूजी गल सस नहीं चाहिदी, जे चाहिदी तां फोटो टंगी होवे, हार पिया ही होवे। फिर जे ये सोच है तां भगत नूं तुसीं भी तां सच बनना ही है। ये सोच दलील विचार मन चो कढ दिओ। पा माई हर के लेखे, जिन कीता नहीं वो करके देखे। जैसा बीजे सो लूणे, कर्मा संदड़ा खेत, असी जिद्दां दा बीजांगे उदां दा वड्ढना पैना। इसलिए इदां दे विचार मन च नहीं लियाउने। सेवा भावना अपने बुजुर्गां दी करो, छोटियां दे नाल सन्मान सत्कार करो। अगे पहले पैर हर कोई जागे, दूजे पैर भोगी। पहले पैर हर कोई जागे, दूजे पैर भोगी, तीजे पैर चोर उचक्का, चौथे पैर जोगी। ते जोगियां दे जोगी गुरु रविदास। इन्होंने वो जाग के काम किया, ते तद असी इस मकाम ते, इस मंजिल ते पहुंचे है। इस मकाम ते तद पहुंचे है। हुण बाणी की कह रही है? शाही दरबार च गए,
ਤੁਸੀਂ ਰੋਜ਼ ਪੜ੍ਹਦੇ ਹੈ। ਬਾਣੀ 'ਚ ਲਿਖਿਆ, ਦਰਬਾਰ 'ਚ ਜਾ ਕੇ ਮਹਾਰਾਜ ਨੇ ਬੋਲਿਆ, ਬਾਣੀ ਰਾਹੀਂ ਸਵਾਲ ਜਵਾਬ ਹੋ ਰਿਹਾ ਆ, ਮੇਰੀ ਸੰਗਤ ਪੋਚ सोच दिन राती मेरा कर्म कटलता जन्म गभाती, आराम गसैया जी के जीवना मोहे ना बसारो मैं जन तेरा। समाज ਲਈ चिंतित हो 14वीं सदी च गुरु रविदास वो कहंदे मेरी संगत पोच सोच, मैं उन्हां ਲਈ सोच च है। ਭਰਾ ਜਿੱਦਾਂ ਤੁਸੀਂ ਅੱਜ ਕੱਲ ਕਹਿੰਦੇ ਆ ਨਵੇਂ ਸ਼ਬਦ ਆ ਗਏ ਨਾ, ਕਿਉਂਕਿ ਜ਼ਮਾਨਾ ਬਦਲ ਗਿਆ। ਕਹਿੰਦੇ ਪ੍ਰੋਬਲਮ ਚ ਆ, ਟਰਬਲ ਆ, ਫਲਟ ਆ, ਟੈਨਸ਼ਨ ਆ। ਅੱਜ ਕੋਈ ਫਰੀ ਮਾਈਂਡ ਨਹੀਂ, नो ट्रबल नो फल्ट नो टेंशन है नहीं कुछ भी, सारे आप सैट आ, कोई सैट नहीं। साडा सैट दा गुरु रविदास सैट आ, ਇਹ ਸੈਟ ਆ ਤੇ ਅਸੀਂ ਉੱਥੇ ਸੈਟ ਚਾਹੁੰਦੇ ਨੇ, ਤਾਂ ਸਾਡੇ ਫਿੱਟ ਆਉਂਦਾ ਨਹੀਂ ਕੰਮ। ਇਸ ਲਈ ਜੇ ਸੈਟ ਹੋਣਾ ਤਾਂ ਗੁਰੂ ਰਵਿਦਾਸ ਨੂੰ ਫਿੱਟ ਕਰੋ ਆਪਣੇ ਹਿਰਦੇ 'ਚ। ਸਤਿਗੁਰੂ ਜੀ ਤੇਰੇ ਨਾਮ ਦੀ ਮਾਲਾ ਲਾਵਾਂ ਪਰੋ, ਦਿਲ 'ਚ ਰੱਖਾਂ ਸਾਂਭ ਕੇ, ਕਿਤੇ ਮੈਲੀ ਨਾ ਜਾਵੇ ਹੋ। ਉਹ ਨਾਮ ਦੀ ਇੱਜ਼ਤ ਦੀ, ਅਣਖ ਦੀ, ਪਿਆਰ ਦੀ ਉਹ ਮਾਲਾ ਹਿਰਦੇ 'ਚ ਵਸਾਓ। ਅੱਗੇ ਬਾਦਸ਼ਾਹ ਕਹਿੰਦਾ ਮਹਾਰਾਜ ਕੀ ਗੱਲ ਹੋਈ? ਤੇ ਸਤਿਗੁਰੂ ਕਹਿ ਰਿਹਾ ਆ, ਇਹ ਬਾਣੀ ਸ਼ਬਦ ਹੈਗਾ ਵੀ ਮੇਰੀ ਸੰਗਤ ਪੋ ਸੋਚਦੇ ਨੇ, ਪੜਿਆ ਇਹ ਮਹਾਰਾਜ ਨੇ ਖੁਦ ਬਾਦਸ਼ਾਹ ਦੇ ਦਰਬਾਰ 'ਚ ਕਿਹਾ ਹੈ। ਦੂਜਾ ਬੋਲ ਬੋਲਿਆ, ਦਰਦਬੰਦ ਦੁਖੀਆ ਦਰਦਬੰਦ ਦਰ ਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਐ ਰਾਜਨ मैं अपने समाज का, कौम का, संगत का दुख दर्द तेरे को लैके आया। हाँ दस, ਇਹਦਾ कोई हल है, ਇਹਦਾ कोई इलाज है, ਇਹਦੀ कोई ट्रीटमेंट मेडिसिन कोई है? बादशाह ने नीवी पा ली, कहते बहुत प्यास जवाब ना पाया। क्यों चिमड़े होया? मेरा रा बाबा कहता गुरु वो बनाना जो सियाल च मर जाए, खंघदा गद्दी आप सामूंगा। साडे लीडर यही कहते भी मेहनत ना करनी पवे, बस 20 लग जाए, गड्डी मिल जाए हूटर वाली। ओ पतंदरो, जेड़ा काम साइकिल ते बाबा कर गया वो तुसी नहीं कर सकते, हूटर वाले नहीं कर सकते। ते जे हूटर वाला काम करना चाहते हैं तो पहला वो साइकिल वाला बाबा पहला उन्होंने समझो, सुनो ते दिल और दिमाग च बछाओ, तो फिर पता लगेगा भी की भाव विकदी है। हाँ इधर कहते सवा 2 हो गया है, बस आ गल नेड़े करके चलीए। गल मुक्की ना सज्जन नालों मेरी अगे, रब्बा होए तेरी रात मुक गई। बस दुख बहुत है, मेरे वर्गे बाबे बथेरे पिटते गए, कहते गए, पर गल नहीं बनी। पर जिन्ना चਿਰ सवास आ, ये गल गुरु दी करनी आ, बाबा साहब दी करनी आ, और इज्जत अते अणख दी गल करनी। दुखिया दर्दबंद दर आया, बहुत प्यास जवाब ना पाया, नहीं मिले। बादशाह कहता की गल हुई? महाराज कहते दर्द देख सबको हंसे, ऐसी दशा हमारी ऐ राजन तेरे राज के अंदर मेरे समाज की दशा ते दिशा बर्बाद करती। माघ की पूर्णमासी 1433 तो लैके 1 हाड़ 1584 तक 151 साल सतगुरु रविदास महाराज दशा ते दिशा नूं ठीक करन लगे रहे। 14 अप्रैल 1891 तो लैके 6 दिसंबर 1956 तक 65 तो 66 साल बाबा साहब ये दशा नूं ते दिशा नूं ठीक करन लगे रहे। 217 साल इन्हां दोनों पैगंबरां ने लाते, लेकिन गुरमुख प्यारिओ दशा ते दिशा प्रॉपर कंप्लीट ठीक नहीं हुई। ते जे नहीं हुई निराश नहीं होना, आओ रल मिल के ਇਹਦੇ ਵਿੱਚ ਆਪਾਂ ਵਡਮੁੱਲਾ ਯੋਗਦਾਨ ਪਾਈਏ ਵੀ ਆਪਾਂ ਹੌਲੀ ਹੌਲੀ ਇਹਦਾ ਇਲਾਜ ਕਰੀਏ। ਗੱਲ ਕਰਦੇ ਆ, ਬਾਦਸ਼ਾਹ ਕਹਿੰਦਾ ਫੇਰ ਤੇ ਮਹਾਰਾਜ ਜੀ ਕਹਿੰਦੇ ਨਰਪਤ ਏਕ ਸਗਾਸਨ ਸੋਇਆ, ਸੁਪਨੇ ਪਿਆ ਪਖਾਰੀ, ਅਛਤਰਾਜ ਵਿਚਰਤ ਦੁਖ ਪਾਇਆ, ਸੋਗਤ ਭਈ हमारी। महांजा दाड़ो हड़प्पा सिंधु घाटी सभ्यता दे चिन्ह पढ़ो, ए पढ़ो, ध्यान देना। आ धर्मी
शूदर, चमार, दलित, आदिवासी, मूल निवासी, चवरवंशी, नागवंशी, भीलवंशी, मौरिया वंशी। बोलो किन्ने गिणीए? मुकदे आ? ये नाम मेरे ख्याल पहली बार सुनिया तुसीं, क्योंकि तुहानूं पहले तद लगना क्योंकि तुहानूं इहदी लोड़ ही नहीं पई, क्योंकि वधिया खाना दाना मिलदा, आराम है, ढग्गी ना बची, नींद आई अच्छी, खा पी के ढिड ते हत्थ मेरा चल मेरे भाई। क्योंकि उस बंदे नूं पता रोटी दा, जिहनूं रोटी दी कदर आ, जिहड़ा बेही तबेही खा के उपर गया हाई लैवल ते, ओनूं पता कदर दा बई रोटी की है, इज्जत की है, मान सन्मान की है। भाव बड़ा बड़ा गौरवमई इतिहास आ, समा मिले फिर चलांगे। जेड़े वंडण वाले सिगे अज मंगण वाले बनाते, शाम दाम दंड भेद, ये चार टकनीक दे नाल एड़ा गिड़ी करती। तो महाराज जी कहंदे नरपत एक सगासन सोया, सुपने पिया पखारी, अछत राज विचरत दुख पाया, सोगत पई हमारी। ये मंगण वाले नहीं सी, ये वंडण वाले सिगे। पहली पातशाह गुरु नानक देव जी कह रहे हैं, गुरु ग्रंथ साहिब विच 1392 अंग दे उत्ते 90-92 ते सवैये महल्ले पहले के ध्यान दिओ, उत्ते लिखिया सतयुग तै माणियो छलियो बल बावन भयो। ध्यान नाल सुनो, जेडे नीवियां पा के बहन वाले आ, सतयुग दे विच अपना राजा बल होया, अड़ी आ कापी जी कीती ना बाहुबली आया कोई, इहदी झलक ही दिखाई माड़ी जी। रामायण ते जदों लाभ कुछ की गल आउंदी उदों बंद कर दिंदे आ, जदों इज्जत ते अणख की गल आउंदी आ फिर बंद करदे आ। बल राजा सतयुग दे विच अपना होया, अपने समाज च होया, ओहदा राज खोलिया। गुरु रविदास जी उस दी राज की गल करदे आ। सतयुग सत त्रेता, जगी द्वापर पूजा चार, तीनों युग तीनों दड़े, कल केवल नाम आधार। उदों नाम सत दा राज सीगा, लेकिन अज वंडण तो मंगण वाले बनाते। लेकिन ध्यान देना, जेकर बाबा साहब नूं, गुरु रविदास जी नूं, अपने पैगंबरां नूं समझोगे तो फिर वंडण वाले बनोगे, फिर वंडण वाले बनोगे। जदों इन्हां दी थ्योरी नूं, इन्हां दे मिशन नूं, इन्हां दे प्रचार प्रसार नूं तुसीं चंगी तरह डीपली समझ नहीं सके तो फिर बनोगे मंगण वाले। ते गुलामी तां रब दी भी बड़ी माड़ी है, भैड़ी है। ते वो भी कहते भी सानू सन्मान ते सत्कार नाल जीना चाहिए। मैं एक गल कह के रजा लैके ते शब्द पढ़ दिया, तुसीं तां टेके बैठे भरावा, पर रज रुज के असीं अगे जाना है। ध्यान दिओ, पूरब पश्चिम उत्तर दक्षिण चार दिशा, चढ़दा पासा लहिंदा पासा, इधरला उधर ये चार, चारे पासे साडे कोल बाबे हैगे आ, पर असीं उन्हां चौहां नूं भुलाया होया आ। जे इन्हां चौहां नूं समझ लईए ते तुहाडी साडी सारियां दी गल बन जाएगी। मैं चौहां बारे गल करन लगा, इन्हां नूं मना लईए, इन्हां नूं ध्यान लईए, इन्हां नूं सुन लईए, इन्हां नूं समझ लईए ते गल बन जाएगी। कहंदे जालम ने बड़ा सताया सी, हर पक्ष तो खूंजे लाया सी, ना सुनदा सी फरियाद कोई, सी हाल बुरा फरियादी दा, आ कंची वाले बाबे ने साडा बन्निया मुड आजादी दा। एक बाबा हो गया, केड़ा बई? कंची वाला। जालम ने बड़ा सताया सी, हर पक्ष तो खूंजे लाया सी, ना सुनदा सी फरियाद कोई, सी हाल बुरा फरियादी दा, आ कंची वाले बाबे ने साडा बन्निया मुड, बोलो साडा बन्निया मुड। ओए साडे तां गले बैठे, तुसीं तां ठीक ठाक आ, बोलो। एक बाबा हो गया, किन्ने हो गए भाई? दूजे दी गल करिए, कहंदे पढ़ लिख के बन बदवान गया। आ सारे ओदे कोल दी लंघ के आए आ, ओदे कोट पेंट वाला, पढ़ लिख के बन बदवान गया, भारत दा लिख संविधान गया, दलितां दे हक्कां दी खातर उस लंबी लड़ी लड़ाई सी, उस टाई वाले बाबे ने साडी किस्मत आ
उस टाई वाले बाबे ने साडी किस्मत आ चमकाई सी। किन्ने हो गए बाबे? 2। माफ करना, बाबा साहब दे हाथ च संविधान आ ते साडे हाथ च जंतरियां है। बाबा साहब दे गल च टाई आ ते साडे हाथ गलां च रखा आ, शब्द आ, धागे आ, तवीत आ। माफ करना, ये मेल निगा बाबा साहब की थ्योरी का ते गुरु रविदास के विचारां दा। जिदन ये सारा कुछ ना आ चिड़िया करजा निकल गया ते बाबा साहब की टाई आ गई ते हाथ च कलम आ गई ते उदण तुसी वंडण वाले बनना। फैसला तुहाडे हत्थ है। मैं तो गल्लां ही करनियां ते गल्लां करन दे नाल कड़ा वधिया बनावांगे ते मिठा खूब पावांगे, फिर शूकर जी नूं मर्जी हो जाए। किन्ने बाबे हो गए बई? 2। पहला बाबा कांची वाला ते दूजा टाई वाला, तीजा बाबा भी हैगा। वो सब कुछ कर करवान गया, वो रब रूप भगवान जिहा उन्हें दलित बेचारे कर कट्ठे राह संघर्ष दे पा दिता। उस साइकिल वाले बाबे ने सानू राज भाग, उस साइकिल वाले बाबे ने सानू राज भाग। साइकिल वाला बाबा समझ गए? ठीक है। हुण हथ वस तुहाडे है बई दर दर दे मंगते बनना जां राज भाग लेना। ते जे राज भाग लेना ते साइकिल वाले बाबे नूं समझना पैना, टाई वाले बाबे नूं समझना पैना और कंछी वाले बाबे नूं समझना पैना। चौथा बाबा भी हैगा, आज ओहदी भी गल कर लीजिए। रहबरां दा मिशन फैलाउंदा रहा, हक सच दी जोत जगाउंदा रहा। ओने दे कुर्बानी कौम लई। 25 मई 2009 आस्ट्रेलिया बयाना, धोती वाला बाबा। मैं एतवार उत्थे ही जाना, 3 तरीक का प्रोग्राम उत्थे ही है, उत्थे बाबे नूं मिलांगे। चौथे बाबे नूं रहबरां दा मिशन फैलाउंदा रहा, हक सच दी जोत जगाउंदा रहा। उन्हें दे कुर्बानी कौम लई एक लंबी लीक बना दी। उस धोती वाले बाबे ने साडी सुत्ती अणख, उन सुत्ती अणख किन्ने हो गए भाई? चलो बस बाले की खाने, चारे बहुते है चारे पासे। हुण ये ना होवे 4 नूं तुसीं सिफर ला लो, प्रॉब्लम आ जानी। ये 10 कित्थे टेकोगे? तुसीं जीओ ते फिर जीण दिओ। चारे बाबे कह रहे सारिਆਂ ਨੂੰ, चारे बाबे रल के कह रहा है ओए तुसी जीओ ते फिर जीण दिओ, ना कुट सबर दे पीण दिओ। सहलो सतपाल जी रहबरां दी आओ सोच ते फुल चढ़ा दईए। इन्हां बाबियां कारज आरंभे जो आओ रल मिल पूरे कर दखला दईए। तो गुरमुख प्यारिओ, ये चारे बाबे ठीक है, बहुते है ते हुण समा ज्यादा हो गया। तुसी सातों अक्किओ तां नहीं गए, थक्किओ तां नहीं गए। मैं हुण इहदे विच स्टोरी भाव ऐसे जिहड़ा सरलेख आ भाव जिहड़ा चिप रिहा कहानी वाला वो नहीं बोलना, सीधा शब्द बोल देना सिकंदर लोधी दा। शब्द बोल के तुहाडे कोल रजा लईए, फिर समा मिलिया फिर इतिहास दीयां गल्लां करांगे। नाल सारे सेवादार पैरोकार आ, उन्हां नूं सारिआं ते किरपा होई। तां सिकंदर धन्नवाद वजों कह रहा वे तुहाडा आउणा सतगुरु जी इस संसार ते धन है। सानू समत सोझी दित्ती तेरे चरनां च आके सतगुरु जी, अज जीवन बदल गया है। आओ तेरे आउणे दा साथी गुरु चाहो गया जी, तेरे आउणे दा साथी गुरु चा।
ਤੁਹਾਨੂੰ ਗੁਰੂ ਰਵਿਦਾਸ ਮਹਾਰਾਜ ਦੇ ਦਾ ਚਾਅ ਆ ਸਾਰਿਆਂ ਨੂੰ ਖੁਸ਼ੀ ਹੈ ਤੇ ਆਓ ਬੋਲੋ ਪੰਕਤੀ ਵੇ ਸਾਜਾਂ ਤੋਂ ਬਗੈਰ ਹੋ ਤੇਰੇ ਆਉਣੇ ਦਾ ਸਾਥੀ ਗੁਰੂ ਚਾਅ ਹੋ ਗਿਆ ਜੀ ਤੇਰੇ ਆਉਣੇ ਦਾ ਸਾਥੀ ਗੁਰੂ ਚਾਅ
सतगुरु रविदास महाराज की जय। जय गुरुदेव, धन गुरुदेव, जय भीम, जय भारत। कौम दी खातिर लागे ने, हाँ जिंदगी लेखे